ਤੁਸੀਂ ਵੇਖ ਰਹੇ ਹੋ ਵਰਲਡ ਨਿਊਜ਼। ਮੈਂ ਹਾਂ ਭੁਲਿੰਦਰ ਸਿੰਘ ਵਰਮਾਨੀ ਤੇ ਸਭ ਤੋਂ ਪਹਿਲਾਂ ਵੇਖਦੇ ਹਾਂ ਹੁਣ ਤੱਕ ਦੀਆਂ ਖਾਸ ਖਬਰਾਂ। ਅਮਰੀਕਾ ਵਿੱਚ 60 ਸਾਲ ਬਾਅਦ ਕਿਸੇ ਔਰਤ ਨੂੰ ਦਿੱਤੀ ਜਾਏਗੀ ਮੌਤ ਦੀ ਸਜ਼ਾ। ਇੱਕ ਗਰਭਵਤੀ ਮਹਿਲਾ ਦਾ ਕਤਲ ਕਰਨ ਦੇ ਦੋਸ਼ ਵਿੱਚ ਜ਼ਹਿਰੀਲਾ ਇੰਜੈਕਸ਼ਨ ਲਗਾ ਕੇ ਦੋਸ਼ੀ ਨੂੰ 8 ਦਸੰਬਰ ਨੂੰ ਦਿੱਤੀ ਜਾਏਗੀ ਮੌਤ। ਕੈਨੇਡਾ ਵੱਲੋਂ ਅਮਰੀਕਾ ਨਾਲ ਗੈਰ ਜ਼ਰੂਰੀ ਸਰਹੱਦੀ ਪਾਬੰਦੀਆਂ ਨੂੰ ਵਧਾਇਆ ਗਿਆ 21 ਨਵੰਬਰ ਤੱਕ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੋਕਾਂ ਦੀ ਸੁਰੱਖਿਆ ਨੂੰ ਦੱਸਿਆ ਸਭ ਤੋਂ ਉੱਪਰ। ਕੈਨੇਡਾ ਦੇ ਪੈਟਿੰਗਟਨ ਸ਼ਹਿਰ ਵਿੱਚ ਭਾਰਤੀ ਕਿਸਾਨਾਂ ਦੇ ਹੱਕ ਵਿੱਚ ਨਿਤਰੇ ਪ੍ਰਵਾਸੀ ਭਾਰਤੀ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ 3 ਬਿੱਲਾਂ ਨੂੰ ਦੱਸਿਆ ਕਿਸਾਨ ਵਿਰੋਧੀ। ਅਤੇ ਕੈਨੇਡੀਅਨ ਹੈਰੀਟੇਜ ਮੰਤਰੀ ਸਟੀਵਨ ਅਤੇ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਸੱਭਿਆਚਾਰ ਅਤੇ ਵਿਰਾਸਤ ਨੂੰ ਪ੍ਰਫੁੱਲਤ ਕਰਨ ਲਈ ਫੰਡ ਪ੍ਰੋਗਰਾਮ ਬਾਰੇ ਖਾਸ ਐਲਾਨ। ਪੀਲ ਆਰਟ ਗੈਲਰੀ ਲਈ ਦਿੱਤੇ ਜਾਣਗੇ $1 ਲੱਖ। ਤੇ ਹੁਣ ਕਰਦੇ ਹਾਂ ਬੁਲੇਟਿਨ ਦਾ ਆਗਾਜ਼। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰਾਸ਼ਟਰਪਤੀ ਚੋਣਾਂ ਦੀ। ਜੀ ਹਾਂ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਾਰਸਨ ਸਿਟੀ ਵਿੱਚ ਇੱਕ ਚੋਣ ਰੈਲੀ ਦੌਰਾਨ ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਾਈਡਨ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਉਹਨਾਂ ਨੇ ਕੋਰੋਨਾ ਦੌਰ ਦੇ ਦੌਰਾਨ ਵਿਗਿਆਨ ਨੂੰ ਸੁਣਨ ਲਈ ਕਈ ਤਰ੍ਹਾਂ ਦੇ ਸੁਝਾਅ ਦਿੱਤੇ। ਇਸ ਦੌਰਾਨ ਟਰੰਪ ਨੇ ਨਿਊਯਾਰਕ ਵਰਗੇ ਸ਼ਹਿਰਾਂ ਵਿੱਚ ਵੱਧਦੇ ਕੋਰੋਨਾ ਪ੍ਰਭਾਵ ਦੌਰਾਨ ਵੀ ਸ਼ਹਿਰ ਨੂੰ ਦੁਬਾਰਾ ਖੋਲ੍ਹਣ ਦਾ ਸੱਦਾ ਦਿੱਤਾ। If I listened totally to the scientists, we would right now have a country that would be in a massive depression. Instead of, we're like a rocket ship. Take a look at the numbers. And that's despite the fact that we have like 5 or 6 of these Democrats keeping their states closed because they're trying to hurt us on November 3rd. But the numbers are so good anyway. They'd be even better. But New York should be open. Michigan now has to open because of the court case. North Carolina should be open. They should be open. You guys, you want to open? Yeah, you want to open. And I would, they call them therapeutics. For me, it was a cure. I mean, what's the difference? I said, give me a definition. Because I wasn't feeling exactly, I wasn't like, oh, gee, I feel great. Okay? I hate to admit I didn't feel, I haven't been somebody that's had a lot of problems with that stuff. So I hate to admit it, but you know what? I was not feeling great. Does that make sense to you? I wasn't exactly feeling the best. But the great thing is when you're president, you have so many doctors. I was saying to a group this morning, I said, I had 12 doctors around the bed, and everyone was grabbing a different part of my body. I did not like it. And they're all super geniuses. But I was not feeling good, and then they gave me this Regeneron, which is an antibody, and great company, great company, tremendous success with cures, vaccines, other things. And they actually came up with the Ebola drug, which saved so many lives. They came up with a lot of good stuff, and the other ones too. But this was one I liked because it just seemed to have a very good record. But it was brand new, hadn't been tested, hadn't been approved or anything. By the way, we're approving it for everybody that needs it, free of charge, because it wasn't your fault, okay? And Eli Lilly makes a drug based on the same concept. Eli Lilly, great company from Indiana, great state. ਅਮਰੀਕਾ ਵਿੱਚ 67 ਸਾਲਾਂ ਬਾਅਦ ਕਿਸੇ ਔਰਤ ਨੂੰ ਮੌਤ ਦੀ ਸਜ਼ਾ ਦਿੱਤੀ ਜਾਏਗੀ। ਜੀ ਹਾਂ, ਮੌਤ ਦੀ ਸਜ਼ਾ ਪਾਉਣ ਵਾਲੀ ਔਰਤ ਨੂੰ ਇੱਕ ਗਰਭਵਤੀ ਮਹਿਲਾ ਦਾ ਕਤਲ ਕਰਨ ਅਤੇ ਉਸ ਦਾ ਪੇਟ ਫਾੜ ਕੇ ਬੱਚੇ ਨੂੰ ਅਗਵਾ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਅਮਰੀਕੀ ਅਦਾਲਤ ਦੇ ਹੁਕਮਾਂ ਤੇ ਦੋਸ਼ੀ ਔਰਤ ਨੂੰ 8 ਦਸੰਬਰ ਨੂੰ ਜ਼ਹਿਰੀਲਾ ਇੰਜੈਕਸ਼ਨ ਲਗਾ ਕੇ ਮੌਤ ਦੀ ਸਜ਼ਾ ਦਿੱਤੀ ਜਾਏਗੀ। ਅਸਲ ਵਿੱਚ 16 ਦਸੰਬਰ ਸਾਲ 2004 ਨੂੰ 36 ਸਾਲਾਂ ਦੀ ਮੌਂਟਗੋਮਰੀ ਪਾਲਤੂ ਕੁੱਤਾ ਖਰੀਦਣ ਦੇ ਬਹਾਨੇ 23 ਸਾਲਾ ਗਰਭਵਤੀ ਸਟੈਨਟ ਨਾਂ ਦੀ ਔਰਤ ਦੇ ਮਿਜ਼ੌਰੀ ਸਥਿਤ ਘਰ ਪਹੁੰਚੀ ਸੀ। ਇਸ ਤੋਂ ਬਾਅਦ ਮੌਂਟਗੋਮਰੀ ਨੇ 8 ਮਹੀਨੇ ਦੀ ਗਰਭਵਤੀ ਸਟੀਨਟ ਦਾ ਰੱਸੀ ਨਾਲ ਗਲਾ ਦਬਾ ਦਿੱਤਾ ਅਤੇ ਉਸ ਦਾ ਪੇਟ ਫਾੜ ਕੇ ਬੱਚਾ ਲੈ ਕੇ ਫਰਾਰ ਹੋ ਗਈ। ਪੁਲਿਸ ਨੇ ਜਾਂਚ ਤੋਂ ਬਾਅਦ ਮੌਂਟਗੋਮਰੀ ਨੂੰ ਗ੍ਰਿਫਤਾਰ ਕਰ ਲਿਆ। ਮਿਜ਼ੌਰੀ ਦੀ ਇੱਕ ਅਦਾਲਤ ਵਿੱਚ ਮੌਂਟਗੋਮਰੀ ਨੇ ਆਪਣਾ ਜੁਰਮ ਵੀ ਸਵੀਕਾਰ ਕਰ ਲਿਆ ਸੀ ਅਤੇ ਫਿਰ ਸਾਲ 2008 ਵਿੱਚ ਉਸ ਨੂੰ ਅਗਵਾ ਅਤੇ ਫਿਰ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ। ਇਸ ਤੋਂ ਬਾਅਦ ਮੌਂਟਗੋਮਰੀ ਨੇ ਕਈ ਸੰਘੀ ਅਦਾਲਤਾਂ ਵਿੱਚ ਅਪੀਲ ਕੀਤੀ, ਪਰ ਹਰ ਥਾਂ ਉਸ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਗਿਆ। ਮੌਂਟਗੋਮਰੀ ਦੀ ਉਮਰ ਹੁਣ 52 ਸਾਲਾਂ ਦੀ ਹੈ ਅਤੇ ਉਸ ਨੂੰ ਇੰਡੀਆਨਾ ਦੀ ਟੈਰੋ ਹੌਤੇ ਜੇਲ੍ਹ ਵਿੱਚ ਰੱਖਿਆ ਗਿਆ। ਇੱਥੇ ਹੀ ਉਸ ਨੂੰ 8 ਦਸੰਬਰ ਨੂੰ ਜ਼ਹਿਰੀਲਾ ਇੰਜੈਕਸ਼ਨ ਲਗਾ ਕੇ ਮੌਤ ਦੀ ਸਜ਼ਾ ਦਿੱਤੀ ਜਾਏਗੀ। ਮੌਂਟਗੋਮਰੀ ਨੇ ਜਿਹੜੀ ਬੱਚੀ ਨੂੰ ਅਗਵਾ ਕੀਤਾ ਸੀ ਉਸ ਦੀ ਉਮਰ ਵੀ ਹੁਣ 16 ਸਾਲ ਹੋ ਗਈ ਹੈ। ਬੱਚੀ ਨੂੰ ਉਸ ਦੇ ਪਿਤਾ ਨੂੰ ਸੌਂਪਣ ਦਾ ਹੁਕਮ ਦਿੱਤਾ ਗਿਆ ਸੀ। ਗੌਰਤਲਬ ਹੈ ਕਿ ਅਮਰੀਕਾ ਵਿੱਚ ਤਕਰੀਬਨ 20 ਸਾਲਾਂ ਦੀ ਰੋਕ ਤੋਂ ਬਾਅਦ 3 ਮਹੀਨੇ ਪਹਿਲਾਂ ਹੀ ਮੌਤ ਦੀ ਸਜ਼ਾ ਮੁੜ ਬਹਾਲ ਕੀਤੀ ਗਈ ਹੈ।
इस तो बाद हुण मॉन्टेगोमेरी 9वीं कैदी है जिस तो यह मौत की सजा मिलेगी। गौरतलब है कि अमेरिका में साल 1953 में आखिरी बार किसी औरत को मौत की सजा दी गई सी। गल करते हैं कैनेडा की। कैनेडा वालों अमेरिका नाल गैर जरूरी सरहदी पाबंदियां 21 नवंबर तक वधा दित्तियां गईयां ने। जी हां, पब्लिक सेफ्टी ते एमरजेंसी प्रीपेयरनेस मंत्री बिल ब्लेयर ने इस संबंध में सोमवार सवेरे खास ऐलान किया। उन्होंने कहा कि कैनेडा नूं सुरक्षित रखने लई उन्हां वालों लिया गया यह फैसला पब्लिक हैल्थ की सलाह ते ही आधारित है। गौरतलब है कि पिछले महीने यह ऐलान किया गया कि कैनेडा और अमेरिका दरमियान सरहदां गैर जरूरी आवाजाही लई 21 अक्तूबर तक बंद रहणगियां। From the very beginning, our priority has been quite singular, making sure that Canadians are protected from COVID-19. And that has meant taking strong actions at the border and continually looking how we can improve our actions to prevent importation of COVID-19. Now, as we look at this second wave, we see that community transmission is by far the biggest challenge in this situation, and that importation of cases from outside the country is a tiny fraction of the situation, which means that what we're doing is working and we need to continue it. However, we can always look at ways to improve our measures while keeping Canadians safe and do a better job of understanding the heart-wrenching stories of families divided, of compassionate cases that should be given flexibility that wouldn't endanger Canadian safety. कंजर्वेटिव सेहत आलोचक मिशेल रैम्पल गार्डनर ने ऑटवा दी पार्लियामेंट हिल विच पत्रकारां नाल खास गलबात की। महामारी दे इस दौर बारे गलबात करदे उन्होंने कोरोना वायरस दे फेडरल सरकार दे वतीरे बारे जिक्र किया। उन्होंने साफ किया कि सरकार कोरोना बारे अपनी गतिविधियां दियां रिपोर्ट जनता करे। Today, as businesses are closed in another series of COVID-related economic shutdowns, we are looking for answers as to why the federal government left Canadians unprepared to deal with this second wave. This is why on Friday, Conservatives moved a motion at the Standing Committee on Health to study this issue and force the government to make public documents that detail why Canada's pandemic early warning system was shut down, who got over $1 billion of PPE contracts, where that PPE is, or if it's been delivered, why the government relied on advice from the World Health Organization when it's become clear that that advice might have to do more with politics rather than sound public health data, why Canada doesn't have rapid testing capacity and when rapid tests will be widely available to Canadians, and why a former Liberal MP got a sole source contract to build ventilators. गल करिए भारतीय किसानों की तो भारत सरकार वालों किसानों के पास किए गए 3 बिलों का विरोध दिन ब दिन वधदा विखाई दे रहा है। जिथे पहला इन्हां बिलों के विरोध में सिर्फ भारत में ही आवाज़ां उठ रही सन, उत्थे हुण लगातार विदेशों में भी किसानों के हकों में लोग नितरते विखाई दे रहे हैं। जिस चलते हुण ब्रिटिश कोलंबिया के शहर पेंटिंगटन में भारतीय भाईचारे नाल संबंधित कई जथेबंदियां इकट्ठियां हुईयां और भारत सरकार प्रति अपनी भड़ास कड्ढी गई। गौरतलब है कि यह प्रोग्राम पेंटिंगटन में स्थित गुरुद्वारा साहब के सहयोग नाल प्रबंध किया गया सी, जिस विच लोकां दा भी भरवां इकट्ठ वेखण नूं मिलिया। ਇਹ ਅਸੀਂ ਜਿਹੜਾ ਭਾਰਤ ਸਰਕਾਰ ਨੇ ਪੰਜਾਬ ਦੇ ਵਿੱਚ 3 ਕਾਲੇ ਕਾਨੂੰਨ ਲੈ ਕੇ ਆਂਦੇ ਆ ਆਰਡੀਨੈਂਸ ਦੇ, ਉਹਦੇ ਬਾਬਤ ਅਸੀਂ ਓਕਾਨਗਰ ਦੀ ਧਰਤੀ ਪੈਂਟਿੰਗਟਨ ਪਹੁੰਚੇ ਸੀ। ਜਿਹੜੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਨੇ ਸਾਨੂੰ ਸੱਦਾ ਪੱਤਰ ਭੇਜਿਆ ਸੀਗਾ, ਇਹਨਾਂ ਨੇ ਰੈਲੀ ਰੱਖੀ ਸੀ। ਉਹਦੇ ਸੰਬੰਧ ਵਿੱਚ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਗੁਰਦੁਆਰਾ ਗੁਰੂ ਨਾਨਕ ਸਿੱਖ ਸਰੀ ਡੈਲਟਾ ਵੱਲੋਂ ਅਸੀਂ ਉਚੇਚੇ ਤੌਰ ਤੇ ਇੱਥੇ ਪਹੁੰਚੇ ਸੀਗੇ ਉਸ ਰੈਲੀ ਵਿੱਚ ਸ਼ਾਮਲ ਹੋਣ ਵਾਸਤੇ। ਜਿਹੜੀ ਹਿੰਦੁਸਤਾਨ ਦੀ ਭਾਰਤ ਸਰਕਾਰ ਆ ਉਹ ਸਿੱਖਾਂ ਨੂੰ 1947 ਤੋਂ ਲੈ ਕੇ ਅੱਜ ਤੱਕ ਘਸਿਆਰੇ ਬਣਾਉਂਦੀ ਆ ਰਹੀ ਆ। ਉਹਨਾਂ ਨੇ ਸਾਡੇ ਲਈ 3 ਕਾਲੇ ਕਾਨੂੰਨ ਜਿਹੜੇ ਲੈ ਕੇ ਆਂਦੇ ਆ, ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ। ਇਹਦਾ ਹੱਲ ਆਜ਼ਾਦੀ ਤੋਂ ਬਿਨਾਂ ਨਹੀਂ ਹੋ ਸਕਦਾ। ਸਾਡਾ ਇੱਥੇ ਰੈਲੀ ਤੇ ਪਹੁੰਚਣ ਦਾ ਵੀ ਇਹੀ ਮਕਸਦ ਸੀਗਾ ਵੀ ਆਪਣੀ ਸੰਗਤਾਂ ਨੂੰ ਲਾਮਬੰਦ ਕੀਤਾ ਜਾਵੇ ਤੇ ਇਸ ਕਾਲੇ ਕਾਨੂੰਨ ਦੀ ਅਸੀਂ ਵਿਰੋਧਤਾ ਕਰੀਏ। ਇਹੀ ਸਾਡਾ ਇੱਥੇ ਪਹੁੰਚਣ ਦਾ ਮਕਸਦ ਹੈ। टोरंटो के एक स्कूल में गोलीबारी करने की धमकी देने वाले एक व्यक्ति के खिलाफ पुलिस वालों जांच की जा रही है। जी हां, पुलिस अधिकारियों का कहना है कि बीती 16 अक्तूबर को धमकी देने वाला व्यक्ति ऑनलाइन चैटिंग कर रहा सी, जदों उसने दूजे एक होर व्यक्ति को दसिया कि उस कोल बंदूक मौजूद है और वह किसी स्कूल में गोलीबारी की घटना को अंजाम देना चाहता है। पुलिस मुताबिक जो स्कूल इस व्यक्ति के कथित निशाने ते सन, उसकी सुरक्षा यकीनी बनाने एहतियातन कदम चुके जा रहे हैं। पुलिस अधिकारियों वालों ऑनलाइन चैट करने वाले व्यक्ति की पछाण करन उसके थौ ठिकाने का पता लगाने दी कोशिशां भी कीतियां जा रही ने।
बहरहाल पुलिस ਦੀਆਂ ਕੋਸ਼ਿਸ਼ਾਂ ਜਾਰੀ ਨੇ ਪਰ ਹਾਲਾਂ ਤੱਕ ਇਸ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਭਾਵੇਂ ਇਹ ਧਮਕੀ ਫੋਕੀ ਫੜ ਹੀ ਕਿਉਂ ਨਾ ਹੋਵੇ ਪਰ ਟੋਰਾਂਟੋ ਪੁਲਿਸ ਸਰਵਿਸ ਸਕੂਲਾਂ ਅਤੇ ਫਿਰ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਕੋਸ਼ਿਸ਼ਾਂ ਕਰ ਰਹੀ ਹੈ। ਬੀਤੇ ਦਿਨੀ ਟੋਰਾਂਟੋ ਵਿੱਚ ਇੱਕ ਮਹਿਲਾ ਨੂੰ ਜ਼ਮੀਨ ਤੇ ਸੁੱਟਣ ਤੋਂ ਬਾਅਦ ਕਈ ਹੋਰਨਾਂ ਤੇ ਹਮਲਾ ਕਰਨ ਵਾਲੇ ਇੱਕ 26 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਯੰਗ ਤੇ ਡੰਡਾ ਸਟਰੀਟਸ ਤੇ ਲਾਂਘੇ ਤੇ ਪਹੁੰਚਿਆ ਤੇ ਫਿਰ ਉਹ ਇੱਕ ਗੱਡੀ ਦੇ ਬੋਨਟ ਨਾਲ ਜਾ ਟਕਰਾਇਆ। ਫਿਰ ਉਹ ਇਸੇ ਸਟਰੀਟ ਤੇ ਪੂਰਾ ਵੱਲ ਵਧਿਆ ਅਤੇ ਉੱਥੇ ਉਸਨੇ ਇੱਕ ਮਹਿਲਾ ਨੂੰ ਜ਼ਮੀਨ ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਉਸਨੇ ਇੱਕ ਹੋਰ ਵਿਅਕਤੀ ਨਾਲ ਕੁੱਟਮਾਰ ਵੀ ਕੀਤੀ ਅਤੇ ਫਿਰ ਇੱਕ ਹੋਰ ਸਾਈਕਲ ਸਵਾਰ ਵਿਅਕਤੀ ਨੂੰ ਕੁੱਟਣ ਲੱਗ ਪਿਆ। ਇਸ ਪੂਰੇ ਮਾਮਲੇ ਨੂੰ ਰੋਕਣ ਦੀ ਕੋਸ਼ਿਸ਼ ਕਰਨ ਵਾਲੇ ਹੋਰਨਾਂ ਲੋਕਾਂ ਤੇ ਵੀ ਉਸਨੇ ਹਮਲਾ ਕਰ ਦਿੱਤਾ। ਟੋਰਾਂਟੋ ਦੇ ਇਸ 26 ਸਾਲਾ ਵਿਅਕਤੀ ਡਾਇਮੰਡ ਇਕਾਨਮ ਦੇ ਹੁਣ ਪੁਲਿਸ ਵੱਲੋਂ ਹਮਲਾ ਕਰਨ, ਲੜਾਈ ਕਰਕੇ ਮਾਹੌਲ ਖਰਾਬ ਕਰਨ ਅਤੇ ਨਾਲ ਹੀ ਰੌਲਾ ਪਾਉਣ ਦੇ ਨਾਲ ਪ੍ਰੋਬੇਸ਼ਨ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਸੰਬੰਧ ਵਿੱਚ ਕਈ ਚਾਰजेस ਲਗਾਏ ਗਏ ਨੇ। वर्चुअल लर्निंग अपनाने वाले TDSB यानी कि टोरंटो डिस्ट्रिक्ट स्कूल बोर्ड के तकरीबन 2000 विद्यार्थियों को हाल भी लैपटॉप्स ते टैबलेट्स का इंतजार है। जी हाँ, TDSB IT संबंधी एग्जीक्यूटिव अफसर मुताबिक बोर्ड ने 10,000 नवी डिवाइसेस का ऑर्डर किया पर हाल तक विद्यार्थियों को ये डिवाइसेस हासिल नहीं हो पाए। दसिया जा रहा है कि यह देरी कैनेडा भर में वधी मंग कारण हुई है। बोर्ड को उम्मीद है कि अगले एक हफ्ते में विद्यार्थियों को नवे डिवाइसेस जरूर मिल जाएंगे। कैनेडियन हेरिटेज मंत्री स्टीवन ਅਤੇ ब्रैम्पटन साउथ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਸੱਭਿਆਚਾਰ ਅਤੇ ਵਿਰਾਸਤ ਨੂੰ ਪ੍ਰਫੁੱਲਤ ਕਰਨ ਲਈ ਫੈਡਰਲ ਸਰਕਾਰ ਦੇ ਫੰਡ ਪ੍ਰੋਗਰਾਮ ਬਾਰੇ ਖਾਸ ਜਾਣਕਾਰੀ ਸਭ ਨਾਲ ਸਾਂਝੀ ਕੀਤੀ ਗਈ। ਉਹਨਾਂ ਨੇ ਇਸ ਮੌਕੇ ਕਿਹਾ ਕਿ ਫੈਡਰਲ ਸਰਕਾਰ ब्रैम्पटन ਸਾਊਥ ਵਿਖੇ ਪੀਲ ਆਰਟ ਗੈਲਰੀ ਅਜਾਇਬ ਘਰ ਵਿੱਚ ਤਕਰੀਬਨ $1 ਲੱਖ ਦਾ ਨਿਵੇਸ਼ ਕਰਨ ਜਾ ਰਹੀ ਹੈ। As you know, Brampton is a vibrant city and we need to preserve our culture as well. When we are talking about seeing, we have a great culture and we need to show this on coming generations. So good afternoon, it's great to be back at the Peel Art Gallery Museum and Archives right here in Brampton South. Thank you Paul Vicente, Acton Regional Peel Councillor, Regional Peel's Sean Baird, Renee Nand and Jim Leonard to joining us today, as well as all the media who came here to spread our message. Thank you very much. And I also want to thank Pamaz, Michelle Gortz and Kate Lamb. Thank you very much guys, adding on that great culture. Thank you. Brampton has been home to PAMA since 1968, telling the stories of our city, region and country. Since 1968, PAMA has been many changes seen in the world. However, none are quite like present world we find ourselves in right now. But this has had impacts on almost every aspect of our society. And as you know, in the culture, arts, it's a great impact. That is why when Paul said our Prime Minister Justin Trudeau and his team try to help everywhere, wherever we can, and in Brampton today, I know art and culture need great help. So that is why, behalf of Minister Gibo, I'm here today. As we all know, one of the sector hardest hit by COVID-19 has been the arts and museum sector. Like PAMA, our government will continue to be there to support affected organizations that are facing challenges and financial pressures. We understand how important it is to ensure that the sector can survive this crisis and can bounce back. I'm extremely proud of the fact that the federal government has made it its priority to support museum and is investing $100,000 in PAMA under the Museum Assistance Program through our COVID-19 Emergency Support Fund. पंजाबी बिजनेस प्रोफेशनल एसोसिएशन वालों पिछले 41 सालों में होईयां वर्ल्ड पंजाबी कॉन्फ्रेंसां दी जानकारी इकट्ठी की गई है। जी हां, इस तो इलावा वर्ल्ड पंजाबी कॉन्फ्रेंसां दे प्रबंधकां नाल राबता कायम करके जिथे सही जानकारी हासिल की गई, उथे वक-वक वेबिनार्स दा प्रबंध करके भी प्रबंधकां नाल मीटिंगां कीतियां गईयां और फिर विचार भी साझे किए गए। मकसद इक्को सी कि किस तरह नाल पंजाबी साहित्य दा मुकाम उच्चा किया जा सके।
गौरतलब है कि इन्हां वैबीनार राहीं पंजाबी जगत दीआं उच्च शख्सियतां ने शिरकत करके जिथे वैबीनार नूं 4 चंद लगाए उहदी पूरे विश्व विच इन्हां कॉन्फ्रेंसां राहीं एक चंगा सुनेहा देण दी कोशिश भी कीती गई। काबिल गौर है कि इस लड़ी दे आखिरी ते 6वें सह वैबीनार विच होरनां तो इलावा अजैब सिंह चट्ठा भी शामिल होए ਅਤੇ ਉਹਨਾਂ ਬਾਰੇ ਇੱਕ ਖਾਸ ਡਾਕੂਮੈਂਟਰੀ ਵੀ ਇਸ ਦੌਰਾਨ ਵਿਖਾਈ ਗਈ ਜਿਨ੍ਹਾਂ ਦੀ ਅਗਵਾਈ ਵਿੱਚ ਕੈਨੇਡਾ ਵਿੱਚ ਇਹਨਾਂ ਕਾਨਫਰੰਸਾਂ ਦਾ ਪ੍ਰਬੰਧ ਕੀਤਾ ਗਿਆ। ਇਹ ਕਾਨਫਰੰਸਾਂ ਓਨਟਾਰੀਓ ਫਰੈਂਡਸ ਕਲੱਬ ਤੇ ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਸੰਸਥਾਵਾਂ ਵੱਲੋਂ ਕਰਵਾਈਆਂ ਗਈਆਂ ਸਨ। ਇਸ ਦੌਰਾਨ ਦੱਸਿਆ ਗਿਆ ਕਿ ਕਿਵੇਂ ਨੈਤਿਕਤਾ ਬਾਰੇ ਅੰਤਰਰਾਸ਼ਟਰੀ ਸੈਮੀਨਾਰ ਅਤੇ ਕਾਨਫਰੰਸਾਂ ਹੋਈਆਂ। ਨੈਤਿਕਤਾ ਦੀ ਕਿਤਾਬ ਤਿਆਰ ਕਰਵਾਉਣਾ, ਪਾਠਕ੍ਰਮ ਵਿੱਚ ਨੈਤਿਕਤਾ ਨੂੰ ਵਿਸ਼ੇ ਦੇ ਤੌਰ ਤੇ ਪੜ੍ਹਾਉਣਾ, ਨੈਤਿਕਤਾ ਦੀ ਕਿਤਾਬ ਨੂੰ ਸ਼ਾਹਮੁਖੀ ਵਿੱਚ ਤਿਆਰ ਕਰਵਾਉਣਾ। जी हाँ, सैमीनार ਦੀਆਂ ਇਹ ਗੱਲਾਂ ਮੁੱਖ ਰਹੀਆਂ। ਤੇ ਹੁਣ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਜੇਕਰ ਤੁਸੀਂ ਸਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਖਬਰ ਭੇਜਣਾ ਚਾਹੁੰਦੇ ਹੋ ਜਾਂ ਫਿਰ ਸਾਡੇ ਨਾਲ ਸੰਪਰਕ ਸਾਧਣਾ ਚਾਹੁੰਦੇ ਹੋ ਤਾਂ ਸਾਨੂੰ ਤੁਸੀਂ ਈਮੇਲ ਕਰ ਸਕਦੇ ਹੋ। ਜੀ ਹਾਂ, ਸਾਡਾ ਈਮੇਲ ਪਤਾ ਹੈ info@cktimetv.com। ਤਾਂ ਫਿਲਹਾਲ ਮੈਨੂੰ ਯਾਨੀ ਭਲਿੰਦਰ ਸਿੰਘ ਵਿਰਮਾਨੀ ਨੂੰ ਦਿਓ ਇਜਾਜ਼ਤ। ਧੰਨਵਾਦ।